ਬਿਲਕੁਲ ਹੀ ਬੇਬੁਨਿਆਦ ਤੇ ਪ੍ਰੇਰਿਤ ਨੇ। ਦੱਸ ਦਈਏ ਕਿ ਜਸਟਿਨ ਟਰੂਡੋ ਜੋ ਕੈਨੇਡਾ ਦੇ ਪੀਐਮ ਨੇ, ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਸੀਗੇ, ਭਾਰਤ ਸਰਕਾਰ ਤੇ ਐਲੀਗੇਸ਼ਨ ਲਗਾਏ ਗਏ ਸੀਗੇ ਕਿ ਅੱਤਵਾਦੀ ਹਰਦੀਪ ਨਿੱਜਰ ਦੀ ਹੱਤਿਆ 'ਚ ਭਾਰਤ ਦਾ ਹੱਥ ਹੋ ਸਕਦਾ ਹੈ ਤੇ ਹੁਣ ਭਾਰਤ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਹੈ, ਸਿਰੇ ਤੋਂ ਨਕਾਰਿਆ ਹੈ, ਇਸ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਭਾਰਤ ਦਾ ਕਹਿਣਾ ਹੈ ਕਿ ਕੈਨੇਡਾ ਦੇ ਪੀਐਮ ਵੱਲੋਂ ਲਾਏ ਜੋ ਇਲਜ਼ਾਮ ਨੇ ਉਹ ਬਿਲਕੁਲ ਹੀ ਬੇਬੁਨਿਆਦ ਨੇ। ਕੈਨੇਡਾ 'ਚ ਹਿੰਸਾ ਦੀ ਕਿਸੇ ਵੀ ਕਾਰਵਾਈ 'ਚ ਭਾਰਤ ਦੀ ਸ਼ਮੂਲੀਅਤ ਦਾ ਇਲਜ਼ਾਮ ਬਿਲਕੁਲ ਹੀ ਬੇਬੁਨਿਆਦ ਹੈ। ਖਾਲਿਸਤਾਨੀ ਅੱਤਵਾਦੀਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤ ਨੇ ਕਿਹਾ ਹੈ ਕਿ ਕੈਨੇਡਾ 'ਚ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦਿੱਤੀ ਗਈ ਹੈ। ਭਾਰਤ ਦੇ ਵਿਰੋਧੀ ਤੱਤਾਂ ਖਿਲਾਫ ਕੈਨੇਡਾ ਸਖਤ ਕਾਨੂੰਨੀ ਕਾਰਵਾਈ ਕਰੇ, ਜਿਸ ਦੇ ਨਾਲ ਹੀ ਕੈਨੇਡਾ ਤੋਂ ਖਾਲਿਸਤਾਨੀ ਅੱਤਵਾਦੀ ਦੇਸ਼ ਦੀ ਪ੍ਰਭੂ ਸੱਤਾ ਤੇ ਖੇਤਰੀ ਅਖੰਡਤਾ ਨੂੰ ਖਤਰਾ ਬਣਾਉਂਦੇ ਰਹਿੰਦੇ ਨੇ। ਕੈਨੇਡਾ ਦੇ ਸਿਆਸਤਦਾਨਾਂ ਵੱਲੋਂ ਅੱਤਵਾਦੀਆਂ ਪ੍ਰਤੀ ਹਮਦਰਦੀ ਪ੍ਰਗਟ ਕਰਨਾ ਵੀ ਚਿੰਤਾ ਦਾ ਵਿਸ਼ਾ ਹੈ ਤੇ ਕੈਨੇਡਾ 'ਚ ਕਤਲ, ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ ਸਮੇਤ ਕਈ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਜਗ੍ਹਾ ਦੇਣੀ ਨਵੀਂ ਗੱਲ ਨਹੀਂ ਹੈ। ਦਰਅਸਲ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨੇ ਉੱਥੋਂ ਦੀ ਸੰਸਦ 'ਚ ਕਿਹਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ 'ਚ ਭਾਰਤ ਦਾ ਹੱਥ ਹੋ ਸਕਦਾ ਹੈ ਤੇ ਇਹਨਾਂ तमाम ਇਲਜ਼ਾਮਾਂ ਨੂੰ ਭਾਰਤ ਦੇ ਵੱਲੋਂ ਜੋ ਹੈ ਨਕਾਰਿਆ ਗਿਆ ਹੈ, ਸਿਰੇ ਤੋਂ ਖਾਰਿਜ ਕੀਤਾ ਗਿਆ ਹੈ। ਉੱਥੇ ਹੀ ਭਾਰਤ ਨੇ ਕਿਹਾ ਹੈ ਕਿ ਭਾਰਤ ਤੇ ਲਾਏ ਜਾ ਰਹੇ ਇਲਜ਼ਾਮ ਬਿਲਕੁਲ ਹੀ ਬੇਬੁਨਿਆਦ ਤੇ ਪ੍ਰੇਰਿਤ ਹੈ। ਦੱਸਦੇ ਕਿ ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ 'ਚ ਇਲਜ਼ਾਮ ਭਾਰਤ ਤੇ ਲਗਾਏ ਨੇ, ਐਲੀਗੇਸ਼ਨ ਭਾਰਤ ਤੇ ਲਗਾਏ ਨੇ ਕਿ ਭਾਰਤ ਸਰਕਾਰ ਜੋ ਹੈ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੇ ਹੱਤਿਆ 'ਚ ਭਾਰਤ ਦਾ ਹੱਥ ਹੋ ਸਕਦਾ ਹੈ ਤੇ ਹੁਣ ਭਾਰਤ ਦਾ ਪ੍ਰਤੀਕਰਮ ਸਾਹਮਣੇ ਹੈ। ਭਾਰਤ ਨੇ ਇਹਨਾਂ तमाम ਜੋ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ, ਸਿਰੇ ਤੋਂ ਖਾਰਿਜ ਕੀਤਾ ਹੈ। ਇਸ ਦੇ ਵਿਚਾਲੇ ਭਾਰਤ ਨੇ ਕਿਹਾ ਹੈ ਕਿ ਜੋ ਭਾਰਤ ਤੇ ਲਗਾਏ ਜਾ ਰਹੇ ਇਲਜ਼ਾਮ ਬਿਲਕੁਲ ਹੀ ਬੇਬੁਨਿਆਦ ਤੇ ਪ੍ਰੇਰਿਤ ਨੇ। ਇਸ ਦੇ ਵਿਚਾਲੇ ਦੱਸ ਦਈਏ ਕਿ ਜੋ ਕੈਨੇਡਾ ਜੋ ਵੱਖਵਾਦੀਆਂ 'ਚ ਉੱਥੇ ਜੋ ਹੈ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ, ਭਾਰਤ ਸਰਕਾਰ ਦੇ ਵੱਲੋਂ तमाम ਇਹਨਾਂ ਮੁੱਦਿਆਂ ਨੂੰ ਲੈ ਕੇ ਜੋ ਹੈ ਕੈਨੇਡਾ ਸਰਕਾਰ ਦੇ ਅੱਗੇ ਮੁੱਦੇ ਚੁੱਕੇ ਜਾਂਦੇ ਨੇ। ਪਿਛਲੇ ਦਿਨ ਹੀ ਵੇਖਿਆ ਸੀਗਾ ਕਿ ਇੰਡੀਅਨ ਕੌਂਸੂਲੇਟ ਤੇ ਵੀ ਹਮਲਾ ਕੀਤਾ ਗਿਆ ਸੀਗਾ। ਇਸ ਵਿਚਾਲੇ ਹਿੰਦੂ ਟੈਂਪਲਸ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ, ਜਦੋਂ ਕਿ ਦੀਵਾਰਾਂ ਤੇ ਜੋ ਖਾਲਿਸਤਾਨੀ ਪੱਖੀ ਨਾਰੇ ਲਿਖੇ ਜਾਂਦੇ ਨੇ। ਇਸ ਦੇ ਵਿਚਾਲੇ ਇਲਜ਼ਾਮ ਲੱਗਦੇ ਨੇ ਕਿ ਜੋ ਕੈਨੇਡਾ ਦੀ ਸਰਕਾਰ ਹੈ ਉਹ ਵੱਖਵਾਦੀਆਂ ਨੂੰ ਸ਼ਹਿ ਦਿੰਦੀ ਹੈ ਤੇ ਹੁਣ ਜੋ ਕੈਨੇਡਾ ਦੇ ਪੀਐਮ ਦੇ ਵੱਲੋਂ ਭਾਰਤ ਤੇ ਇੱਕ ਗੰਭੀਰ ਇਲਜ਼ਾਮ ਲਗਾਇਆ ਗਿਆ ਹੈ, ਇੱਕ ਜੋ ਹੈ ਵੱਡਾ ਐਲੀਗੇਸ਼ਨ ਲਗਾਇਆ ਗਿਆ ਹੈ ਕਿ ਜੋ ਅੱਤਵਾਦੀ ਹਰਦੀਪ ਨਿੱਜਰ ਦੀ ਹੱਤਿਆ 'ਚ ਭਾਰਤ ਦਾ ਹੱਥ ਹੋ ਸਕਦਾ ਹੈ। ਇਸ ਪੂਰੇ ਮਾਮਲੇ ਤੇ ਹੁਣ ਭਾਰਤ ਸਰਕਾਰ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਭਾਰਤ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। मेरे सहयोगी शैलेंद्र वांगू फोन लाइन पे मौजूद ने। शैलेंद्र, भारत ने कनाडा के इल्जामों को पूरी तरह से नकारा है और क्या कुछ जानकारी इस पूरी खबर पर? देखिए, कनाडा के प्रधानमंत्री जस्टिन ट्रूडो ने जो आरोप लगाए हैं भारत के ऊपर और उन्होंने निज्जर की हत्या को लेकर एजेंसी पर सीधे तौर पर निशाना साधा है और कहीं न कहीं कनाडा की जो विदेश मंत्री की तरफ से भी स्टेटमेंट आया है जहां पर उन्होंने कहा है कि भारत के एक डिप्लोमेट को निष्कासित किया गया है। इस पूरे मामले पर भारत का विदेश मंत्रालय की तरफ से ऑफिशियल स्टेटमेंट आ चुका है जिसमें साफ तौर पर कनाडा के प्रधानमंत्री और कनाडा की विदेश मंत्री के बयान को सीधे तौर पर खारिज कर दिया गया है और भारत ने साफ कर दिया है कि कनाडा में किसी भी हिंसा की घटना में भारत की इन्वॉल्वमेंट के आरोप बेतुके हैं और मोटिवेटेड हैं। ये सीधे तौर पर एमईए का कहना है और एमईए ने यह भी कहा है कि जो इस तरह के आरोप है वो सीधे तौर पर जो वहां पर खालिस्तानी आतंकवादी हैं और जो चरमपंथी है उनसे ध्यान हटाने की कोशिश की जा रही है, जो जिनको लगातार वहां पर संरक्षण मिल रहा है, उनको शरण दी जा रही है और आज भी वो भारत को चुनौती दे रहे हैं, भारत की टेरिटोरियल इंटीग्रिटी को, भारत की संप्रभुता को चैलेंज करते आ रहे हैं। और ऐसे में भारत ने फिर एक बार मांग की है कि इस तरह के आरोप लगाने की बजाय कनाडा को ऐसे लोगों पर ठोस कार्रवाई करनी चाहिए। तो ये कुल मिलाकर अभी तक स्टेटमेंट आया है, लेकिन माना जा रहा है कि भारत यहाँ तक रुकेगा नहीं। जो कार्रवाई की गई है इंडियन डिप्लोमेट के खिलाफ उस पर भी भारत कोई ठोस कार्रवाई बदले में कर सकता है। जी जी, बहुत बहुत शुक्रिया शैलेंद्र, हमें तमाम जानकारी देने लेते। भारत ने कनाडा के इल्जामां नूं सिरे तो नकारिया है, पूरी तरीके नाल इन्हां इल्जामां नूं बेबुनियाद करार दिता है। जिस तरह कि मेरे सहयोगी शैलेंद्र वांगू जानकारी दे रहे थे, जिस तरह की इंडियन डिप्लोमैट नूं बाहर उत्थों किया है, एक्सपैल किया है। इस पूरे मामले ते भी भारत सरकार दे वल्लों सख्त तो सख्त कदम चुक्या जाएगा, कोई ठोस कार्रवाई की जाएगी। पर इन्हां तमाम इल्जामां नूं भारत दे वल्लों सिरे तो नकारिया गया है, इन्हां नूं बेबुनियाद करार दिता है। उत्थे ही कनाडा के पीएम जस्टिन ट्रूडो दे वल्लों कनाडा की संसद इल्जाम लगाए थे कि जो अतवादी हरदीप निज्जर है उसकी हत्या च भारत का हथ हो सकता है। इस विचाले हुण इन्हां तमाम इल्जामां नूं भारत दे वल्लों नकारिया गया है, इन्हां नूं बेबुनियाद करार दिता गया है। इस विचाले कनाडा च खालिस्तानी अतवादियों नूं पनाह दी गई है। सख्त शब्दों च भारत ने कहा है, उन्होंने कहा कि भारत विरोधी तत्तां खिलाफ कनाडा सख्त कानूनी कार्रवाई करे।
टाइम टाइम ते ਇਹੋ ਜਿਹੀਆਂ ਜੋ ਹੈ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਕਿ ਇੰਡੀਅਨ ਕੌਂਸੂਲੇਟ ਨੂੰ ਜੋ ਹੈ ਨਿਸ਼ਾਨਾ ਬਣਾਇਆ ਜਾਂਦਾ ਹੈ, ਪੰਤੋੜ ਕੀਤੀ ਜਾਂਦੀ ਹੈ, ਹਿੰਦੂ ਟੈਂਪਲਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਤੇ ਸਾਡੇ ਨਾਲ ਬੀਜੇਪੀ ਆਗੂ ਆਰਪੀ ਸਿੰਘ ਫੋਨ ਲਾਈਨ ਤੇ ਮੌਜੂਦ ਨੇ। ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਅਸੀਂ ਫਿਰ ਤੋਂ ਰੁਕ ਕਰਾਂਗੇ ਆਰਪੀ ਸਿੰਘ ਜੀ ਦਾ ਤੇ ਦੱਸਦੇ ਕਿ ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। ਇਸ ਦੇ ਵਿਚਾਲੇ ਭਾਰਤ ਤੇ ਲਾਏ ਜਾ ਰਹੇ ਇਲਜ਼ਾਮ ਬਿਲਕੁਲ ਹੀ ਬੇਬੁਨਿਆਦ ਤੇ ਪ੍ਰੇਰਿਤ ਨੇ। ਦੱਸਦੇ ਕਿ ਕੈਨੇਡਾ ਦੀ ਸੰਸਦ ਜਸਟਿਨ ਟਰੂਡੋ ਨੇ, ਜੋ ਕੈਨੇਡਾ ਦੇ ਪੀਐਮ ਨੇ, ਉਹਨਾਂ ਨੇ ਭਾਰਤ ਤੇ ਗੰਭੀਰ ਇਲਜ਼ਾਮ ਲਗਾਏ ਨੇ, ਗੰਭੀਰ ਐਲੀਗੇਸ਼ਨ ਲਗਾਏ ਨੇ ਕਿ ਅੱਤਵਾਦੀ ਹਰਦੀਪ ਨਿੱਜਰ ਦੀ ਹੱਤਿਆ 'ਚ ਭਾਰਤ ਦਾ ਹੱਥ ਹੋ ਸਕਦਾ ਹੈ। ਭਾਰਤ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ, ਅਸੀਂ ਕਹਿ ਸਕਦੇ ਕਿ ਸਖਤ ਪ੍ਰਤੀਕਰਮ ਸਾਹਮਣੇ ਆਇਆ। ਉਹਨਾਂ ਨੇ ਕਿਹਾ ਹੈ ਕਿ ਆ ਜੋ ਇਲਜ਼ਾਮ ਨੇ ਬਿਲਕੁਲ ਹੀ ਬੇਬੁਨਿਆਦ ਨੇ, ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ ਭਾਰਤ ਦੇ ਵੱਲੋਂ। ਇਸ ਦੇ ਵਿਚਾਲੇ ਦੋ ਟੂਕ ਕੈਨੇਡਾ ਨੂੰ ਕਿਹਾ ਗਿਆ ਹੈ ਕਿ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦਿੱਤੀ ਗਈ ਹੈ ਤੇ ਇਹਨਾਂ ਖਾਲਿਸਤਾਨੀ ਅੱਤਵਾਦੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਜਾਏ। ਉਦੋਂ ਹੀ ਕੈਨੇਡਾ ਦੇ ਪੀਐਮ ਵੱਲੋਂ ਲਾਏ ਇਲਜ਼ਾਮ ਬਿਲਕੁਲ ਹੀ ਬੇਬੁਨਿਆਦ ਹੈ। ਭਾਰਤ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। For the past number of weeks, Canadian security agencies have been actively pursuing credible allegations of a potential link between agents of the government of India and the killing of a Canadian citizen, Hardeep Singh Nijjar. Canada is a rule of law country. The protection of our citizens and defence of our sovereignty are fundamental. Our top priorities have therefore been, one, that our law enforcement and security agencies ensure the continued safety of all Canadians, and two, that all steps be taken to hold perpetrators of this murder to account. Canada has declared its deep concerns to the top intelligence and security officials of the Indian government. Last week at the G20, I brought them personally and directly to Prime Minister Modi in no uncertain terms. Any involvement of a foreign government in the killing of a Canadian citizen on Canadian soil is an unacceptable violation of our sovereignty. ਤੇ ਦੱਸਦੇ ਕਿ ਇਹਨਾਂ ਇਲਜ਼ਾਮਾਂ ਨੂੰ ਭਾਰਤ ਦੇ ਵੱਲੋਂ ਜੋ ਹੈ ਨਕਾਰਿਆ ਗਿਆ ਹੈ। ਇਹਨਾਂ ਇਲਜ਼ਾਮਾਂ ਨੂੰ ਭਾਰਤ ਨੇ ਕਿਹਾ ਹੈ ਕਿ ਆ ਬੇਬੁਨਿਆਦ ਤੇ ਪ੍ਰੇਰਿਤ ਨੇ। ਦਰਅਸਲ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ 'ਚ ਭਾਰਤ ਤੇ ਆ ਇਲਜ਼ਾਮ ਲਗਾਏ ਨੇ ਕਿ ਅੱਤਵਾਦੀ ਜੋ ਨਿੱਜਰ ਹੈ, ਹਰਦੀਪ ਨਿੱਜਰ, ਉਸ ਦੀ ਹੱਤਿਆ 'ਚ ਭਾਰਤ ਦਾ ਹੱਥ ਹੋ ਸਕਦਾ ਹੈ ਤੇ ਇਹਨਾਂ तमाम ਇਲਜ਼ਾਮਾਂ ਨੂੰ ਭਾਰਤ ਦੇ ਵੱਲੋਂ ਨਕਾਰਿਆ ਗਿਆ ਹੈ। ਹਾਲਾਂਕਿ ਕੈਨੇਡਾ ਦੇ ਵੱਲੋਂ ਜੋ ਹੈ ਇੰਡੀਅਨ ਜੋ ਹੈ ਡਿਪਲੋਮੈਟ ਉਹਨਾਂ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਹੈ ਤੇ ਭਾਰਤ ਦਾ ਵੀ ਇਸ ਤੇ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ ਕਿ ਭਾਰਤ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ, ਕੋਈ ਠੋਸ ਕਦਮ ਉਠਾਇਆ ਜਾਏਗਾ। ਇਸ ਦੇ ਵਿਚਾਲੇ ਇਹਨਾਂ तमाम ਇਲਜ਼ਾਮਾਂ ਨੂੰ ਨਕਾਰਿਆ ਗਿਆ ਹੈ। ਆ ਵੀ ਕਿਹਾ ਗਿਆ ਹੈ ਕਿ ਕੈਨੇਡਾ 'ਚ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦਿੱਤੀ ਗਈ ਹੈ ਤੇ ਭਾਰਤ ਵਿਰੋਧੀ ਤੱਤਾਂ ਖਿਲਾਫ ਕੈਨੇਡਾ ਸਖਤ ਕਾਨੂੰਨੀ ਕਾਰਵਾਈ ਕਰੇ ਤੇ ਇਹਨਾਂ तमाम ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ। ਦੋ ਟੂਕ ਕੈਨੇਡਾ ਨੂੰ ਕਹਿ ਦਿੱਤਾ ਗਿਆ ਹੈ ਕਿ ਆ ਜੋ ਇਲਜ਼ਾਮ ਨੇ ਆ ਬਿਲਕੁਲ ਹੀ ਬੇਬੁਨਿਆਦ ਤੇ ਪ੍ਰੇਰਿਤ ਨੇ। ਖਾਲਿਸਤਾਨੀ ਅੱਤਵਾਦੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੈਨੇਡਾ ਸਰਕਾਰ ਕਰੇ ਤੇ ਖਾਲਿਸਤਾਨੀਆਂ ਆ ਜੋ ਗਤੀਵਿਧੀਆਂ ਨੇ ਕੈਨੇਡਾ ਤੋਂ ਸਾਹਮਣੇ ਆਉਂਦੀਆਂ ਨੇ। ਜਦੋਂ ਕਿ तमाम ਜੋ ਹੈ ਰੈਫਰੈਂਡਮ ਦੀ ਗੱਲ ਕਰੀਏ ਤੇ ਉਹ ਕਰਵਾਏ ਜਾਂਦੇ ਨੇ। ਇਸ ਦੇ ਵਿਚਾਲੇ ਜੋ ਹਿੰਦੂ ਟੈਂਪਲਸ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਹਨਾਂ ਦੇ ਜੋ ਦੀਵਾਰਾਂ ਨੇ ਉਹਨਾਂ ਤੇ ਖਾਲਿਸਤਾਨੀ ਪੱਖੀ ਨਾਰੇ ਉਹਨਾਂ ਦੇ ਵੱਲੋਂ ਲਿੱਤੇ ਜਾਂਦੇ ਨੇ। ਇੰਡੀਅਨ ਕੌਂਸੂਲੇਟ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਭੰਨਤੋੜ ਕੀਤੀ ਜਾਂਦੀ ਹੈ ਤੇ ਇਸ ਦੇ ਵਿਚਾਲੇ ਹੁਣ ਗੰਭੀਰ ਇਲਜ਼ਾਮ ਜੋ ਐਲੀਗੇਸ਼ਨ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੇ ਵੱਲੋਂ ਲਗਾਏ ਗਏ ਸੀਗੇ ਤੇ ਇਹਨਾਂ तमाम ਇਲਜ਼ਾਮਾਂ ਨੂੰ ਭਾਰਤ ਦੇ ਵੱਲੋਂ ਨਕਾਰਿਆ ਗਿਆ ਹੈ। ਭਾਰਤ ਸਰਕਾਰ ਦੇ ਵੱਲੋਂ ਇਹਨਾਂ तमाम ਇਲਜ਼ਾਮਾਂ ਨੂੰ ਬੇਬੁਨਿਆਦ ਤੇ ਪ੍ਰੇਰਿਤ ਐਲਾਨਿਆ ਗਿਆ ਹੈ। ਉੱਥੇ ਕਿਹਾ ਹੈ ਕਿ ਖਾਲਿਸਤਾਨੀ ਅੱਤਵਾਦੀਆਂ ਦੇ ਖਿਲਾਫ ਜੋ ਹੈ ਕੈਨੇਡਾ ਸਖਤ ਤੋਂ ਸਖਤ ਕਾਰਵਾਈ करे। इस विचाले जैसी भारत के विदेश मंत्री एस जयशंकर की गल करिए तो अज जो खालिस्तानियों का मुद्दा है कई बार कैनेडा की सरकार के अगे चक्या गया है, पर इसी विचाले कैनेडा सरकार ने हुण तक कोई भी पुख्ता कदम नहीं चुके। अच्छा, जो तो मैं इस बात की तरफ इशारा करता हूँ कि हरदीप सिंह नज्जर जो एक सिख सेपरेटिस्ट लीडर समझे जाते थे, उनके कत्ल के ठीक 3 माह बाद कनाडा के प्राइम मिनिस्टर जस्टिन ट्रूडो ने 18 सितंबर की दोपहर को कैनेडियन पार्लियामेंट में ये बॉम्बशेल इंकशाफ किया
कि हरदीप सिंह नज्जर के कत्ल के पीछे भारत मुलव्वस है। और उसके फ़ौरन बाद कनाडा की फॉरेन मिनिस्टर ने एक स्टेटमेंट दिया। उन्होंने कहा कि हमने भारत के एक डिप्लोमेट को एक्सपेल करने का भी फैसला कर लिया है। तो ये एक बॉम्बशेल रेवोल्यूशन थी इंडो कैनेडियंस के लिए। इंडो कैनेडियंस ऑलमोस्ट मेक अनऑफिशियली 2 मिलियन ऑफ 38 कैनेडियन पॉपुलेशन। तो उन सब के लिए ये एक बॉम्बशेल था, क्योंकि एक तो हम सब ये सोचने पर मजबूर थे कि ये टाइमिंग क्या है। प्राइम मिनिस्टर ट्रूडो अभी 2-3 दिन पहले ही तो भारत से वापस लौटे। हमें ये पता है एज कैनेडियंस कि प्राइम मिनिस्टर ट्रूडो का बहुत अच्छा विजिट नहीं रहा। प्राइम मिनिस्टर ट्रूडो का प्राइम मिनिस्टर मोदी के साथ जो एक छोटी सी मीटिंग हुई, उसके बाद प्राइम मिनिस्टर मोदी का प्रेस रिलीज भी आया, जो भारत और कनाडा के रिश्तों के बीच जो एक तनाव है उसको वो ਸਾਡੇ ਨਾਲ ਨਿਊਜ਼ 18 ਤੇ ਫਾਰਮਰ ਡਿਪਲੋਮੈਟ ਅਨਿਲ ਜੁੜੇ ਨੇ। ਸਰ ਬਹੁਤ ਬਹੁਤ ਸਵਾਗਤ है ਤੁਹਾਡਾ न्यूज़ 18 पंजाब पे। थैंक यू सर, जस्टिन ट्रूडो की तरफ से भारत सरकार की तरफ से एलिगेशन लगाए गए हैं कि जो आतंकवादी हरदीप निज्जर है उसकी हत्या में भारत का जो है हाथ हो सकता है। देखिए, जो ये तो वही बात हो गई कि जो उल्टा चोर कोतवाल को डांटे। सीधी बात यह है कि आज से नहीं, सालों से जो कनाडियन गवर्नमेंट है वो वहाँ पर एक्सट्रीमिस्ट और टेररिस्ट ग्रुप्स जो हैं उनको बढ़ावा दे रही है। वो उनके पॉलिटिकल सिस्टम में पार्ट हैं, उनको पूरी तरह से पैट्रोनेज मिलता है। और भारत ने कई बार ये एविडेंस के साथ में रिक्वेस्ट किया है उनको। आपको पता है कि जब कनिष्का का क्रैश हुआ था तो 329 भारतीय जो थे उसमें मारे गए कैनेडियन इंडियंस, तो उस वक्त किसी को नहीं आया। और जब हमने उस वक्त में भी उनसे मांगा था 1982 में, बलविंदर परमार करके होता था टेररिस्ट, सबको पता है डेजिग्नेटेड टेररिस्ट है, तब उसको भी वापस उनके पिताजी ने नहीं किया। अब ये जस्टिन ट्रूडो अभी भारत आए थे, आपने देखा प्रधानमंत्री मोदी ने उनसे क्लियर शब्दों में कहा कि देखिए, आप जो इस तरह के एक्सट्रीमिस्ट एलिमेंट हैं, सिख्स हैं, जो इनको जो हमने इसमें एविडेंस दिया है और जो यहाँ से मर्डर वगैरह कर करके गए हैं इधर से, उनको आप वापस करें, एक्स्ट्राडाइट करें या उनके खिलाफ एक्शन लें। उसके अलावा उन्होंने जो है, जब वहाँ पर कोई इंटर गैंग वॉर में मर जाता है तो उसको उन्होंने लेकर के ये भारत के ऊपर में लगाना शुरू कर दिया। और कोई देखिए, उनकी जो स्टेटमेंट है उसमें पोटेंशियल लिख रहा है, हर चीज, खाली कोई चीज का एविडेंस नहीं है, किसी चीज का वो नहीं है, प्रूफ नहीं है, इसीलिए भारत सरकार ने इसको रिजेक्ट किया है। तो अगर जस्टिन ट्रूडो ये चाहते हैं कि रिश्ते जो है भारत के साथ ना सुधरें, खाली उनको अपना जो इमीडिएट इलेक्शन है वो दिख रहा है या अपनी गिरती हुई सरकार दिख रही है, उसके लिए वो टेररिस्ट या किसी से भी सपोर्ट लेना चाहते हैं, तो इसमें फिर हमारा कोई कहना नहीं है। लेकिन अगर किसी भारतीय डिप्लोमेट को उन्होंने निकाला है तो उसका नेचुरली रिपरकशन होगा, जो डिप्लोमेसी, जो कि रेसिप्रोसिटी का एक हिस्सा है। अगर आप डिप्लोमेसी में रेसिप्रोसिटी बहुत इंपॉर्टेंट है, तो अगर आज की डेट में मेरे ख्याल से, क्योंकि रिलेशंस हमारे बहुत ही वैसे भी ज्यादा अच्छे नहीं हैं कनाडा के साथ, और अच्छे जब तक नहीं हो सकते जब तक वो भारत की जो संप्रभुता है, भारत के जो कंसर्न्स हैं उनका ध्यान रखें। और वो उन्होंने किया नहीं है, बल्कि वो उल्टे उन लोगों को सपोर्ट कर रहे हैं जो कि भारत के खिलाफत करते हैं। तो ऐसे देश के साथ आप किस तरह से नॉर्मल रिलेशन रख सकते हैं? सर, भारत ये इल्जाम लगाता आया है कि कनाडा की तरफ से कोई कार्रवाई नहीं की जाती खालिस्तानियों के जो है पक्ष में, तो वो सख्त कार्रवाई की मांग करता रहा है। तो हम कहीं ना कहीं कह सकते हैं ये उसी बात का रिएक्शन है। हाँ, उसका रिएक्शन भी हो सकता है, लेकिन हमने कभी खाली इल्जाम नहीं लगाया किसी के ऊपर। हमने पूरे एविडेंसेस के साथ में उनसे बात करी है, उनको एविडेंस प्रोवाइड किया है, उसको वेरीफाई करना चाहिए। देखिए, भारत जीरो टॉलरेट टेररिज्म पॉलिसी का जो है करता है। सबसे ज्यादा दुनिया में हमने टेररिज्म से सफर किया है, चाहे वो पाकिस्तान से हो, और आज की डेट में खालिस्तानी जो वहां पर हैं वो पाकिस्तानियों के साथ मिलकर के भारत में भी परेशानी क्रिएट करना चाहते हैं। जो और बहुत थोड़े से लोग हैं, वो आप ये सोचिए, ज्यादातर वहाँ की जो सिख या दूसरे लोग हैं समुदाय के, उनमें कोई इस तरह की बात नहीं है। लेकिन ये थोड़े से लोग जो वहाँ पर हैं वही सब पे हावी पड़े हुए हैं, और इसलिए हावी हुए हैं क्योंकि वहाँ की सरकार उनको सपोर्ट कर रही है। और उसके साथ में आप ये देखिए, तो अगर कनाडा ऐसा देश बनना चाहता है जो टेररिज्म को और एक्सट्रीमिज्म को सपोर्ट करना चाहता है, तो ये उनकी मर्जी है, अगर वो अपने देश को इस तरह दिखाना चाहते हैं तो।
सर, जो इंडियन डिप्लोमेट हैं उनको एक्सपेल किया गया है, तो भारत का अगला कदम क्या रहेगा? भारत भी निकालेगा उनके किसी डिप्लोमेट को। और मैं तो कहता हूं कि हमें अपने रिश्ते जो हैं एम्बेसडर लेवल से और नीचे ले आने चाहिए। जी जी, बहुत बहुत शुक्रिया अनिल जी न्यूज़ 18 के साथ जुड़ने का। ਤੇ ਫਾਰਮਲ ਡਿਪਲੋਮੈਟ ਸਾਡੇ ਨਾਲ ਜੁੜੇ ਸੀਗੇ ਅਨਿਲ, ਉਹਨਾਂ ਨੇ तमाम ਜਾਣਕਾਰੀ ਦਿੱਤੀ ਤੇ ਇਸ ਦੇ ਵਿਚਾਲੇ ਦੱਸ ਦੇ ਕਿ ਇਹਨਾਂ तमाम ਇਲਜ਼ਾਮਾਂ ਨੂੰ ਜੋ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੇ ਵੱਲੋਂ ਲਗਾਏ ਗਏ ਸੀਗੇ, ਇਹਨਾਂ तमाम ਇਲਜ਼ਾਮਾਂ ਨੂੰ ਨਕਾਰਿਆ ਗਿਆ ਸੀਗਾ। ਜਿਸ ਤਰ੍ਹਾਂ ਕਿ ਸਾਡੇ ਨਾਲ ਜੋ ਫਾਰਮਲ ਡਿਪਲੋਮੈਟ ਅਨਿਲ ਜੁੜੇ ਸੀਗੇ, ਉਹਨਾਂ ਨੇ ਕਿਹਾ ਸੀ ਕਿ ਭਾਰਤ ਦੇ ਵੱਲੋਂ ਵੀ ਕੋਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਹਾਲਾਂਕਿ ਇੰਡੀਅਨ ਜੋ ਡਿਪਲੋਮੈਟ ਨੇ ਉਹਨਾਂ ਨੂੰ ਐਕਸਪੈਲ ਕੀਤਾ ਗਿਆ ਹੈ। ਇਸ ਦੇ ਵਿਚਾਲੇ ਇਹਨਾਂ ਨੇ ਕਿਹਾ ਹੈ ਕਿ ਜੋ ਭਾਰਤ ਦੇ ਵੱਲੋਂ ਵੀ ਸਖਤ ਕਾਰਵਾਈ ਕੀਤੀ ਜਾਏਗੀ ਤੇ ਇਹਨਾਂ तमाम ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ ਭਾਰਤ ਦੇ ਵੱਲੋਂ। ਮੇਰੇ ਸਹਿਯੋਗੀ ਪੰਕਜ ਕਪਾਹੀ ਫੋਨ ਲਾਈਨ ਤੇ ਜੁੜੇ ਹੋਏ ਨੇ। ਪੰਕਜ, ਜਸਟਿਨ ਟਰੂਡੋ ਨੇ ਭਾਰਤ ਸਰਕਾਰ ਤੇ ਇਲਜ਼ਾਮ ਲਗਾਏ ਨੇ ਕਿ ਅੱਤਵਾਦੀ ਨਿੱਜਰ ਦੀ ਹੱਤਿਆ 'ਚ ਭਾਰਤ ਦਾ ਜੋ ਹੈ ਹੱਥ ਹੋ ਸਕਦਾ ਹੈ। ਹਾਲਾਂਕਿ ਇਹਨਾਂ तमाम ਜੋ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਭਾਰਤ ਦੇ ਵੱਲੋਂ। ਹੋਰ ਕੀ ਕੁਝ ਜਾਣਕਾਰੀ? ਦੇਖੋ, ਪਿਛਲੇ ਤਕਰੀਬਨ 2 ਸਾਲ ਜਾਂ 3 ਸਾਲ ਤੋਂ ਦੇਖਿਆ ਜਾਵੇ ਤਾਂ ਕੈਨੇਡਾ ਅਤੇ ਭਾਰਤ ਸਰਕਾਰ ਦੇ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਤਲਖੀ ਰਹੀ ਹੈ, ਕਿਉਂਕਿ ਭਾਰਤ ਸਰਕਾਰ ਲਗਾਤਾਰ ਇਹ ਕੈਨੇਡਾ ਦੇ ਉੱਤੇ ਇਲਜ਼ਾਮ ਲਗਾਉਂਦਾ ਰਿਹਾ ਹੈ ਕਿ ਭਾਰਤ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਕੁਝ ਗਰਮ ਖਿਆਲੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਜਾਂ ਫਿਰ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਨੂੰ ਪਨਾਹ ਕੈਨੇਡਾ ਸਰਕਾਰ ਜਿਹੜੀ ਉਹ ਦਿੰਦੀ ਹੈ। ਔਰ ਇਸ ਨੂੰ ਲੈ ਕੇ ਇਹ ਵੀ ਦੇਖਣ ਚ ਆਇਆ ਸੀਗਾ ਜਦੋਂ ਜਸਟਿਨ ਟਰੂਡੋ ਭਾਰਤ ਆਏ ਸੀਗੇ ਆਪਣੇ ਮੈਂਬਰ ਪਾਰਲੀਮੈਂਟ ਦੇ ਨਾਲ ਜਾਂ ਮਿਨਿਸਟਰ ਦੇ ਨਾਲ ਪਿਛਲੀ ਤੋਂ ਪਿਛਲੀ ਫੇਰੀ ਦੌਰਾਨ, ਉਸ ਵੇਲੇ ਉਸ ਤਰੀਕੇ ਨਾਲ ਜਿਹੜਾ ਗੱਲਬਾਤ ਨਹੀਂ ਹੋਈ ਜਾਂ ਉਸ ਤਰੀਕੇ ਨਾਲ ਜੋ ਉਮੀਦ ਸੀਗੀ ਜਸਟਿਨ ਟਰੂਡੋ ਨੂੰ ਕਿ ਗੱਲਬਾਤ ਕੀਤੀ ਜਾਏਗੀ ਉਹ ਨਹੀਂ ਕੀਤੀ ਗਈ। ਔਰ ਹੁਣ ਵੀ ਜਦੋਂ G20 ਦੇ ਦੌਰਾਨ ਪਹੁੰਚੇ ਸੀਗੇ ਜਸਟਿਨ ਟਰੂਡੋ, ਜਿੱਥੇ ਉਸ਼ਾ ਅਮਰੀਕਾ ਦੇ ਰਾਸ਼ਟਰਪਤੀ ਦੇ ਵਿਚਾਲੇ ਦੇਖਣ ਨੂੰ ਮਿਲ ਰਿਹਾ ਸੀਗਾ ਜਾਂ ਹੋਰ ਮੁਲਕਾਂ ਦੇ ਰਾਸ਼ਟਰਪਤੀ ਦੇ ਵਿਚਾਲੇ ਦੇਖਣ ਨੂੰ ਮਿਲ ਰਿਹਾ ਸੀ, ਕਿਤੇ ਨਾ ਕਿਤੇ ਨਜ਼ਰ ਅੰਦਾਜ਼ ਜਸਟਿਨ ਟਰੂਡੋ ਰਹੇ ਸੀਗੇ। ਉਸ ਵੇਲੇ ਵੀ ਭਾਰਤ ਸਰਕਾਰ ਵੱਲੋਂ ਇਹ ਗੱਲ ਕੀਤੀ ਗਈ ਸੀਗੀ ਕਿ ਜਿਹੜੇ ਖਾਲਿਸਤਾਨੀ ਕੈਨੇਡਾ ਦੀ ਧਰਤੀ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੂੰ ਪਨਾਹ ਦੇਣੀ ਬੰਦ ਕੀਤੀ ਜਾਵੇ, ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ। ਲੇਕਿਨ ਹੁਣ ਜਦੋਂ ਵਾਪਸ ਕੈਨੇਡਾ ਪਰਤੇ ਨੇ ਜਸਟਿਨ ਟਰੂਡੋ ਤਾਂ ਉਸ ਵੇਲੇ ਇੱਕ ਵੱਡੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ। ਔਰ ਇਸ ਬਾਬਤ ਕਿਉਂਕਿ ਹਰਦੀਪ ਸਿੰਘ ਨਿੱਜਰ ਦੀ ਮੌਤ ਜਿਹੜੀ ਹੋਈ ਹੈ ਉਸ ਦੀ ਇਨਵੈਸਟੀਗੇਸ਼ਨ ਕੈਨੇਡਾ ਦੀ ਏਜੰਸੀਆਂ ਕਰ ਰਹੀਆਂ ਨੇ, ਕੈਨੇਡੀਅਨ ਪੁਲਿਸ ਕਰ ਰਹੀਆਂ ਨੇ। ਔਰ ਹੁਣ ਜਿਹੜੇ ਇਲਜ਼ਾਮ ਲਗਾਏ ਨੇ ਉਸ ਇਲਜ਼ਾਮਾਂ ਨੂੰ ਲੈ ਕੇ ਸਿਰੇ ਤੋਂ ਨਕਾਰਦੀ ਹੋਈ ਭਾਰਤੀ ਵਿਦੇਸ਼ ਮੰਤਰਾਲਾ ਨਜ਼ਰ ਆਇਆ ਹੋਇਆ ਔਰ ਸਾਫ਼ ਤੌਰ ਤੇ ਕਿਹਾ ਕਿ ਇਸ ਤਰੀਕੇ ਦੇ ਬੇਤੁਕੇ ਬਿਆਨ ਜਿਹੜੇ ਹੈ ਉਹ ਕੈਨੇਡੀਅਨ ਗਵਰਨਮੈਂਟ ਨੂੰ ਨਹੀਂ ਦੇਣੇ ਚਾਹੀਦੇ। ਔਰ ਇਹ ਇਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਆਪਸੀ ਤਲਖੀ ਜਿਹੜੀ ਹੈ ਦੋਵੇਂ ਮੁਲਕਾਂ ਦੇ ਵਿਚਾਲੇ ਹੋਰ ਵੱਧਦੀ ਹੋਈ ਨਜ਼ਰ ਆ ਰਹੀ ਹੈ।